ਕਾਂਗੜਾ ਹੁਣ ਉਹ ਕਾਂਗੜਾ ਜਿਹੜਾ 82 ਦੀ ਹਦੂਦ ਦੇ ਕੇ 82 ਦੇ ਵਿੱਚ ਉਹ ਕਾਂਗੜਾ ਹੋਏਗਾ ਤੇ ਕਾਂਗੜਾ ਉਹਨੂੰ ਉਹ ਯਾਰ ਪੁੱਛਣਾ ਉਹ ਕਾਂਗੜੇ ਜਾਣਾ ਉਹਨੂੰ ਕਹਿਣਾ ਇੱਧਰ ਜਾ ਐ ਡੇਰੇ ਆਡੇ ਵਾਲੇ ਵੱਜਦੇ ਜਿਹੜੇ ਆ ਉਹਨਾਂ ਬੈਠੇ ਇੱਥੇ ਇਹ ਵੀ 82 ਵੱਜਦੀ ਸਾਰੀ 82 ਹੈ ਯਾਰ ਪਿੰਡੇ ਨਹੀਂ ਆਖਰ ਜੋੜੀਆਂ ਤੋਂ ਰੱਖ ਆਖਰ ਬੰਦਾ ਉਹਨੂੰ ਆਖੇ ਉੱਥੇ ਜਾ ਕੇ ਵੀ ਜੋੜੀਆਂ ਦੇ ਬੰਦਾ ਪੁੱਛੇ ਯਾਰ ਮੈਂ 82 ਜਾਣਾ ਵਾ ਉਹਨਾਂ ਨੇ ਇੱਜੀ ਕਰਾ ਉਹਨੂੰ ਇਹ ਪੁੱਛਣਾ ਕਿ ਯਾਰ ਵਸਤੀ ਕਿਹੜੀ ਚ ਜਾਣਾ ਚਾਹੇ ਵਸਤੀਆਂ ਉਹ ਪਰਲੀ ਵਸਤੀ ਕਿਹੜੀ ਹੈ ਆ 82 ਮੋਚੀ ਵਾਲਾ ਵੱਜਦਾ ਪਿਆ ਸਾਰੀ ਜਿਹੜੀ ਆ ਬੈਠਾ ਇਲਾਕਾ ਆਈ ਸਮਝੇ ਨਹੀਂ ਜਿਹੜਾ ਇੱਥੋਂ ਆ ਉਹ ਪੂਰਾ ਉਹਨਾਂ ਬੈਠੇ ਆ ਜਿਹੜੇ ਆ ਬੈਠਾ ਪਰਾਂ ਬੈਠਾ ਜਿੰਨਾ ਉਹ ਪਰਲਾ ਪਿੰਡ ਵੀ ਸਾਰਾ ਪਿੰਡ ਵੀ ਸਾਰਾ ਇਹ 82 ਮੋਚੀ ਵਾਲਾ ਵੱਜਦਾ ਉਹ ਡੇਰੇ ਹੋ ਗਏ ਕਿਨਾਂ ਦਾ ਉਹ ਤਾਂ ਡੇਰੇ ਹੋ ਗਏ ਲੇਕਿਨ ਜਿਹੜਾ ਇੱਥੋਂ ਕਹਿੰਦੇ ਆ ਨਾ ਵੀ ਆ ਦੂਸਰਾ ਇਹ ਉਰਲੇ ਡੇਰੇ ਆ ਹੁਣ ਇੱਥੋਂ ਦਾ ਆ ਜਿਹੜੇ ਇੱਥੇ ਰਹਿੰਦੇ ਆ ਤੇ ਅੱਗੋਂ ਫਿਰ ਥਾਂ ਛੱਡ ਕੇ ਉਹਦਾ ਦੱਸ ਦਿੰਦਾ ਕਿੰਨਾ ਕਰੇ ਵਾਲਾ ਮੁੰਡਾ ਦੱਸ ਦਿੰਦਾ ਯਾਰ ਇਹ ਅਗਰ ਕੋਈ ਤਾਂ ਨਾਮ ਰੱਖਿਆ ਹੋਗਾ ਨਾ ਜਿਵੇਂ ਉਹ 78 2 ਆ ਹੈਗੇ ਤਾਂ ਨਾਲ ਇੱਕੋ 78 ਹੀ ਆ ਉਹ 78 ਬਾੜਾ ਵਾ ਉਹ 78 ਦੂਸਰਾ ਕੱਚਾ ਆ 82 ਮੋਚੀ ਵਾਲੀ ਤੇ ਉਹ 82 ਖਰਨਾ ਹੋਈ ਤੇ ਕਾਂਗੜਾ ਅਸਲ ਜਿਹੜਾ ਕਾਂਗੜਾ ਕਾਫੀ ਆ ਜੀ ਉਹਦਾ ਕਿੰਨਾ ਘੱਟ ਕਿੰਨਾ ਲਿਖਦਾ ਜਾਇਦਾ ਜ਼ਿਆਦਾ ਇਹ ਡੇਰੇ ਜ਼ਿਆਦਾ ਵਸਤੀਆਂ ਬਣੀਆਂ ਵਸਤੀਆਂ 'ਚ ਰਹਿੰਦੇ ਲੋਕੀ ਦਾ ਹੁਣ ਉਹ ਜਿਹੜੀ ਕੁੱਲਿਆਂ ਵਾਲੀ ਦਾ ਕੁੱਲਿਆਂ ਵਾਲਾ ਸ਼ੇਖ ਫਾਜ਼ਲ ਦਾ ਨਾਮ ਭਲਾ ਕਿਵੇਂ ਲਿਖਿਆ ਵਾ ਉਹ ਬਾਬੇ ਦੇ ਨਾਮ ਬਾਬੇ ਦਾ ਨਾਮ ਸ਼ੇਖ ਮੁਹੰਮਦ ਫਾਜ਼ਲ ਸੀਗਾ ਸ਼ੇਖ ਫਾਜ਼ਲ ਤੇ ਹੋਰ ਵੀ ਕਈ ਮੈਂ ਨਾਮ ਸੁਣੇ ਆ ਜਿਹੜੇ ਐਵੇਂ ਲਿਖੇ ਆ ਉਹ ਜੋ ਸ਼ਾਹ ਜੀ ਨੇ ਹਾਂ ਉਹ ਵੀ ਬਾਬੇ ਸ਼ਾਹ ਜੀ ਨੇ ਫਿਰ ਉਹ ਕਬੀਰ ਆ ਜਿਹੜਾ ਮੁਹੰਮਦ ਪਨਾਹ ਦੇ ਨਾਂ ਤੇ ਆਰਿਫ ਵਾਲਾ ਕਿਸੇ ਵੀ ਆ ਸਾਰਾ ਭਾਈ ਜਰਾਮ ਚੰਗੇ ਭਲੇ ਬੰਦੇ ਦੇ ਨਾਂ ਤੇ ਰੱਖਿਆ ਉਹ ਨਾ ਨਹੀਂ ਬਣਿਆ ਸੇਦੇ ਨਾਲ ਤੂੰ ਪੁੱਛ ਲਈ ਅਬੂਰੇ ਵਾਲਾ ਕਿਸੇ ਬੰਦੇ ਦਾ ਨਾਂ ਸੀ ਬੋਰਾ ਅੰਗਰੇਜ਼ ਨੇ ਇਹ ਗੱਲ ਕੀਤੀ ਸੀ ਕਿ ਤੁਸੀਂ ਤਾਂ ਦੂਜਾ ਇੰਜ ਕਰੋ ਕਿ ਨਾਮ ਮੇਰੇ ਤੇ ਰੱਖ ਲਓ ਇਹ ਸ਼ਹਿਰ ਦਾ ਨਾਂ ਤੈਨੂੰ ਸੋਨੂੰ ਵੀ ਚਿੜਿਆ ਬਣਾ ਦਾਂਗਾ ਜਿਵੇਂ ਨੇ ਕੈਦ ਆਜ਼ਮ ਨੂੰ ਕਿਹਾ ਸੀ ਅੰਗਰੇਜ਼ਾਂ ਨੇ ਕਿ ਕਸੂਰ ਤੇਰਾ ਉਹਨੇ ਕਿਹਾ ਹਾਂ ਕਸੂਰ ਮੇਰਾ ਵਾ ਉਹ ਗਲਤੀ ਨੂੰ ਕਸੂਰ ਕਹਿੰਦੇ ਪਏ ਤੇ ਇਹਨੇ ਕਿਹਾ ਕਸੂਰ ਸਾਡਾ ਵਾ ਨਹੀਂ ਉਹਨੇ ਕਿਹਾ ਕਿ ਦੂਜਾ ਕਸੂਰ ਤੇਰਾ ਉਹਨੇ ਕਿਹਾ ਮੇਰਾ ਕਸੂਰ ਨਹੀਂ ਹੈ ਤੁਹਾਡਾ ਕਸੂਰ ਹੈ ਉਹ ਜੀ ਅੰਗਰੇਜ਼ ਦਾ ਉਹਨੇ ਕਿਹਾ ਲਿਖ ਕੇ ਦੇ ਉਹਨੇ ਲਿਖ ਕੇ ਦੇ ਕੈਦ ਆਜ਼ਮ ਸ਼ਹਿਰ ਮੇਰਾ ਕਸੂਰ ਨਹੀਂ ਕਸੂਰ ਸ਼ਹਿਰ ਮੇਰਾ ਹੋ ਗਿਆ ਬਾਅਦ ਚ ਉਹਨੇ ਸਿਰ ਫੜ ਕੇ ਬਹਿ ਗਿਆ ਕਹਿੰਦਾ ਕੈਦ ਆਜ਼ਮ ਨੂੰ ਕੋਈ ਨਹੀਂ ਪੁੱਛ ਸਕਦਾ ਸਿਆਸਤ ਕੈਦੇ ਆਜ਼ਮ ਤੇ ਲਾਮਾ ਇਕਬਾਲ ਰੰਗੇ ਕਰ ਗਏ ਜਿਹੜੇ ਅੱਜ ਕੱਲ ਸਾਰੇ ਪੈਸੇ ਤੇ ਪੁਜਾਰੀ ਆ ਜਿਹੜੇ ਹੁਣ ਸ਼੍ਰੀ ਕਾਰਗਲ ਪਹਾੜੀ ਨਾ ਫਤਹ ਹੋ ਗਈ ਸੀ ਹਾਂ ਇਹਨਾਂ ਨੇ ਆਪ ਦੇ ਪੋਜੇ ਛਡਾ ਲਏ ਸੀ ਇਹਨਾਂ ਨੇ ਕਿਨਾਂ ਦਾ ਵਿਸ਼ਾ ਹਟੇ ਸੀ ਤੇ ਜਿਹਦੇ ਵਿੱਚੋਂ ਕੋਈ 5-6 ਜਿਹੜੇ ਫੌਜੀ ਸੀ ਨਾ ਉਹ ਆਏ ਨਹੀਂ ਸੀ ਵਾਪਸ ਉਹਨਾਂ ਨੇ ਅਸੀਂ ਜਾਣਾ ਗਾਟ ਕਰੋ ਗ੍ਰਿਫਤਾਰ ਹੋਏ ਸੀ ਲੇਕਿਨ ਉੱਥੇ ਮਰੇ ਬਹੁਤ ਸੀ ਉਦੋਂ ਬਹੁਤ ਫੌਜੀ ਮਰਿਆ ਸੀ ਜਦੋਂ ਥੱਲੇ ਲੱਥੇ ਨਾ ਉਦੋਂ ਮਰੇ ਆ ਬਹੁਤ ਫੌਜੀ ਮਰੇ ਐਨ ਫਤਹ ਹੋ ਗਈ ਸੀ ਉਹ ਖਾਜਾ ਹੁਣ ਕਿੰਦੇ ਕਬਜ਼ੇ 'ਚ ਆ ਉਹ ਕਿੱਥੇ ਆਂਦੀ ਕਿਹੜੀ ਜਗ੍ਹਾ ਤੇ ਉਹ ਫਿਰ ਇੱਥੇ ਆਂਦੀ ਹੈ ਪਿੰਡੀ ਦੇ ਇਲਾਕੇ ਵਿੱਚ ਪਿੰਡੀ ਤੇ ਇਸਲਾਮਾਬਾਦ ਦੇ ਉਹ ਪਹਾੜੀ ਬੜੀ ਵੱਡੀ ਸੀ ਪਹਿਲਾਂ ਵੀ ਉਹਦੇ ਤੇ ਹਿੰਦੁਸਤਾਨੀਆਂ ਦਾ ਕਬਜ਼ਾ ਸੀ ਤੇ ਉਹ ਤੋਂ ਜਿਹੜਾ ਉਧਰ ਫੌਜੀ ਜਾਂਦਾ ਸੀ ਜਾਂ ਜਿਹੜਾ ਵੀ ਬੰਦਾ ਜਾਂਦਾ ਸੀ ਫਿਰ ਅੱਛਾ ਕਸ਼ਮੀਰ ਦਾ ਕੀ ਬਣਿਆ ਹੁਣ ਕਬਜ਼ੇ 'ਚ ਪਹਿਲਾਂ ਉੱਥੇ ਜੰਗ ਜੁੰਗ ਹੋ ਰਹੀ ਹੈ ਮਤਲਬ ਕਿ ਉਹ ਗੁਮਜ਼ਾਮਾ ਕੁਛ ਵੀ ਹੋ ਰਿਹਾ ਭਰਾ ਇਸ ਹਾਲੇ ਤੱਕ ਪਹਿਲਾਂ ਫਲਸਤੀਨ ਦੇ ਵੀ ਹਮਲੇ ਹੋਈ ਜਾਂਦੇ ਯਾਰ ਹੁਣ ਅਸਲ ਵਜ੍ਹਾ ਪਤਾ ਕੀ ਹੈ ਜਿਹੜਾ ਚਾਰਜ ਤਾਂ ਨਹੀਂ ਸ਼ੋਸ਼ਾ ਉੱਡਦਾ ਹੁਣ ਕੁਝ ਉਹ ਜ਼ਿਆਦਾ ਹੁਣ ਇੱਧਰ ਮੀਡੀਆ ਹੋ ਗਈ ਹੈ ਉਹਦੇ ਘੱਟ ਦਿੰਦੀ ਨਾਲੇ ਉਹ ਆਂਦੇ ਇਹਨੂੰ ਆਜ਼ਾਦ ਕਰਾਇਆ ਉਹਨਾਂ ਨੇ ਉਹ ਉੱਥੋਂ ਵੈਸੇ ਇੱਧਰ ਲੈ ਆਣਾ ਕਿ ਹੋ ਰਿਹਾ ਉੱਥੇ ਹੀ ਹੈ ਯਾਰ ਆਜ਼ਾਦ ਐਵੇਂ ਕਰਾਣਾ ਕਿ ਉਹ ਇਲਾਕਾ ਦਾ ਹੋ ਜਾਊਗਾ ਉਹ ਬੰਦੇ ਤੇ ਇੱਧਰ ਆਣ ਤੇ ਉਹ ਕੱਜ ਘੱਲ ਦੇਣ ਅੱਛਾ ਹਾਂ ਉਹ ਇਲਾਕਾ ਨਹੀਂ ਛੱਡ ਲੇਕਿਨ ਉਹ ਤੋਬਾ ਘਰ ਛੱਡ ਦੇਗਾ ਆਪਣਾ ਘਰ ਕੋਈ ਨਹੀਂ ਛੱਡਦਾ ਘਰ ਤੋਂ ਇਲਾਵਾ ਉਹ ਜਾਨੀ ਜ਼ਮੀਨ ਜਾਇਦਾਦ ਹਰ ਕੁਝ ਉੱਥੇ ਉਹਨਾਂ ਦਾ ਜਿਵੇਂ ਜੰਨਤ ਤਾਂ ਕਸ਼ਮੀਰ ਇੱਕ ਜੰਨਤ ਆ ਹਰ ਚੀਜ਼ ਬਾਗ ਉੱਥੇ ਹਰਿਆਲੀ ਯਾਰ ਪਹਾੜੀ ਇਲਾਕਾ ਪਾਕਿਸਤਾਨ ਦਾ ਪਨੀ ਉਹ ਐਸਾ ਕਸ਼ਮੀਰ ਐਸਾ ਇਲਾਕਾ ਜਿੱਥੇ ਹਰਿਆਲੀ ਦਾ ਸਿੱਕਿਆਂ ਦਾ ਕਸ਼ਮੀਰ ਦਾ ਵੇਚਿਆ 800 ਦਾ ਸੀ ਕਸ਼ਮੀਰ ਵੇਚਿਆ ਸੀ ਰਾਜਾ ਕਿਨੂੰ ਹਿੰਦੁਸਤਾਨ ਨੂੰ ਅੰਗਰੇਜ਼ ਨੂੰ ਵੇਚਿਆ ਸੀ ਵੇਚ ਕੇ ਤੇ ਆਪ ਚਲਾ ਗਿਆ ਉਹ ਤਾਂ ਲੜਾਈ ਪਈ ਉਦੋਂ ਦੀ ਤੇ ਉਹ ਕਿਨਾ ਜਦੋਂ ਇਹ ਉਹਨਾਂ ਦੇ ਕਬਜ਼ੇ 'ਚ ਹੋ ਗਿਆ ਨਾ ਇੰਡੀਆ ਵਾਲੀ 'ਚ ਤੇ ਬਾਅਦ ਜਦੋਂ ਪਾਕਿਸਤਾਨ ਬਣਿਆ ਤੇ ਉਹ ਉੱਥੋਂ ਦਾ ਜਿਹੜਾ ਰਾਜਾ ਸੀ ਨਾ ਉਹ ਸੀ ਉਹ ਉੱਥੋਂ ਦਾ ਫਿਰ ਵੀ ਰਾਜਾ ਹਿੰਦੂ ਹੀ ਸੀ ਜਿਹੜਾ ਉੱਥੇ ਬੈਠਾ ਸੀ
ਗਵਰਨਰ, ਉਹਨੇ ਜਾਂਦਿਆਂ ਨਾ ਉਹਦੀ ਆਵਾਮ ਜਿਹੜੀ ਮੁਸਲਮਾਨ ਸੀ ਉੱਥੇ, ਉਹਨੇ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਰਲਣਾ, ਤੇ ਉਹਨਾਂ ਨੇ ਕਿਹਾ ਨਹੀਂ, ਉਹ ਜਿਹੜਾ ਰਾਜਾ ਸੀ ਉਹਨੇ ਜਾਂਦਿਆਂ ਇੰਡੀਆ ਨਾਲ ਕਰਾਤਾ। ਆਵਾਮ ਇੱਧਰ ਸੀ ਤੇ ਜਿਹੜਾ ਹੁਕਮਰਾਨ ਸੀ ਉੱਧਰ ਸੀ। ਉਹ ਅੱਧੀ ਤੇ ਇਹਨਾਂ ਨੇ ਆਜ਼ਾਦ ਕਰਾ ਲਈ ਉਦੋਂ। ਜੰਗਾਂ ਦੇ ਵੀ ਦੋ ਕਸ਼ਮੀਰ ਆ ਹੁਣ ਬਣੇ ਹੋਏ, ਇੱਕ ਮਕਬੂਜ਼ਾ ਕਸ਼ਮੀਰ ਆ, ਇੱਕ ਜੰਮੂ ਕਸ਼ਮੀਰ ਆ। ਜਿਹੜਾ ਹੈਗਾ ਨਾ ਜੰਮੂ ਕਸ਼ਮੀਰ ਉਹ ਆਜ਼ਾਦ ਆ ਬਿਲਕੁਲ, ਜਿਹੜਾ ਮਕਬੂਜ਼ਾ ਕਸ਼ਮੀਰ ਆ ਨਾ ਉਹ ਆ ਇਸ time। ਕਸ਼ਮੀਰ ਵੀ ਕਿੰਨਾ ਹਿੱਸਿਆਂ ਚ, ਇਹ ਅੱਧਾ ਹਿੱਸਾ ਪਾਕਿਸਤਾਨ ਕੋਲੇ, ਅੱਧਾ ਚਾਈਨਾ ਕੋਲੇ। ਯਾਰ ਚਾਈਨਾ ਤਾਂ ਪਾਕਿਸਤਾਨ ਨਾਲ ਬਹੁਤ ਪਿਆਰ ਕਰਦੀ ਹੈ, ਚਾਈਨਾ ਤਾਂ ਬਹੁਤ ਸਪੋਰਟ ਕਰਦੀ ਹੈ, ਲੇਕਿਨ ਜ਼ਿਆਦਾ ਯਾਰ ਉਹ ਖਿੱਤਾ ਤੇ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਹਰ ਚੀਜ਼ ਨੂੰ ਪਾ ਦੇ ਉੱਥੋਂ। ਇਹ ਅਸਲ ਕੀ ਨਾਮ ਲੈਂਦਾ, ਕੋਈ ਵੀ ਮੁਲਕ ਨਾ ਦੂਸਰੇ ਮੁਲਕ ਤੇ ਇੱਕ ਵਾਦ ਫਲਸਤੀਨ ਦੇ ਵਿੱਚ, ਈਰਾਨ ਇਰਾਕ ਦੇ ਵਿੱਚ ਜਿਹੜੇ ਹਮਲੇ ਹੋ ਰਹੇ ਆ ਨਾ, ਕਿ ਉਹ ਵੱਡੀਆਂ ਤਾਕਤਾਂ ਇਹਨਾਂ ਤੇ ਹਮਲੇ ਕਰਦੇ ਪਏ। ਆਪਣੇ ਇੱਧਰ ਇਲਾਕੇ ਚ ਇਸ ਤੋਂ ਨਹੀਂ ਹਮਲਾ ਕਰਦੇ ਕਿ ਯਾਰ ਇਹ ਉੱਥੇ ਉਹ ਜਿਹੜੀ ਵੱਡੀਆਂ ਨਾ ਆਰਮੀ ਤਨਜ਼ੀਮ, ਉਹਨਾਂ ਨੇ ਹੱਦ ਲਾਈ ਹੈ ਕਿ ਤੁਸੀਂ ਆਪਦੇ ਮੁਲਕ ਦੀ ਹੱਦ ਹੈ ਤੁਹਾਡੀ, ਤੇ ਇਸ ਤੋਂ ਜ਼ਿਆਦਾ ਅਗਲੇ ਮੁਲਕ ਤੇ ਤੁਸੀਂ ਕਬਜ਼ਾ ਨਹੀਂ ਕਰ ਸਕਦੇ। ਜਿਸ ਦਿਨ ਟੁੱਟ ਗਿਆ ਉਸ ਦਿਨ ਹਰ ਪਾਸੇ ਲੋਕਾਂ ਨੇ ਇੱਥੋਂ ਤੱਕ ਕਿ 82 ਨੇ ਕਹਿਣਾ ਕਿ ਅਸੀਂ ਛਾਂ ਤੇ ਕਬਜ਼ਾ ਕਰੋ। ਆਹ ਹਿਸਾਬ ਹੈ ਵੀ ਹੋਣਾ ਹਿਸਾਬ। ਹੁਣ ਆਪਾਂ ਸਕੂਨ ਨਾਲ ਫਿਰਦੇ ਇੱਥੇ, ਬੜਾ ਆਪਣਾ ਮੁਲਕ ਸਕੂਨ ਦੇਖੋ। ਸਕੂਨ ਤਾਂ ਕੀ ਸਕੂਨ, ਜਿਹੜਾ ਮਹਿੰਗਾਈਆਂ, ਯਾਰ ਮਹਿੰਗਾਈ ਹਰ ਬੰਦਾ ਹੀ ਪਰੇਸ਼ਾਨ ਆ, ਹਰ ਬੰਦਾ ਹੀ ਪਰੇਸ਼ਾਨ ਆ ਯਾਰ। ਪਰੇਸ਼ਾਨੀ ਆਪਾਂ ਹੁਣ ਆਪ ਹੀ ਬਣਾਉਂਦੇ ਆ। ਇਹ ਛੱਤ ਪੱਟੀ ਜਾਂਦੇ ਲੋਰ ਗਈ ਅੱਜ ਤੇਰਾ ਬੜਾ ਇੱਥੇ ਕਿਉਂ ਨਹੀਂ? ਆਹ ਵੇਖ ਸੁਬਾਹ ਦੇ ਲੱਗੇ ਆ, ਵੇਖ ਉਤਲੀਆਂ ਹੈ ਉਤਲੀਆਂ ਆਹ ਆ ਦੁਕਾਨਾਂ ਵਾਲੀ ਮਕਾਨ ਕੋਲ ਬਣਾਉਣੇ ਇੱਥੇ ਸ਼ੁਰੂ ਹੋਇਆ ਨੁੱਕਰ ਤੋਂ, ਦੁਕਾਨਾਂ ਦੇ ਬਰਾਂਡਿਆਂ ਤੋਂ। ਦੁਕਾਨਾਂ ਫਿਰ ਕਰਨਾ ਕੋਣੀ ਇੱਕ ਹੀ ਕਰਨ ਲੱਗੇ ਉੱਚੀਆਂ ਕਰਨਗੇ। ਲੋਰੀਏ ਤਾਈਆਂ ਦੁਕਾਨ ਨਹੀਂ ਦਿੱਤੀ ਉਦੋਂ ਇਹਨਾਂ ਨੂੰ, ਬੜੀ ਮੰਗੀ ਨਾ ਦੁਕਾਨ। ਜਿਨ੍ਹਾਂ ਦੇ ਕਬਜ਼ੇ ਚ ਆਈਆਂ ਹੋਣਗੀਆਂ ਉਹ ਕਰ ਲਈਆਂ ਹੋਣਗੀਆਂ। ਮੈਂ ਇਹਨਾਂ ਕੋਲ ਬੜੀ ਦੁਕਾਨ ਮੰਗੀ, ਇਹਨਾਂ ਨੂੰ ਬਾਰੀਆਂ ਤੇ ਕੱਢ ਵੱਟ ਕੇ ਦੇ ਦਿੱਤੀਆਂ, ਦੁਕਾਨ ਨਹੀਂ ਦਿੱਤੀ ਇਹਨਾਂ ਨੇ। ਨਦੀਮ ਨੂੰ ਬੜਾ ਕਿਹਾ, ਮੈਂ ਕਿਹਾ ਯਾਰ ਦੁਕਾਨ ਵੀ ਦੇ ਦੇ ਇੱਥੇ। ਦੁਕਾਨ ਫਰੀ ਦੁਕਾਨ ਉਹਨੇ ਕਹਿੰਦੇ ਮੌਲਵੀ ਸਲੀਮ ਮੈਂ ਉਹਦੇ ਦੁਕਾਨ ਦਾ ਕਹਿੰਦਾ ਸਦਾਮ ਨੇ ਵਿੱਚ ਸਮਾਨ ਰੱਖਿਆ ਆ ਵੈਸੇ ਮਾੜਾ ਮੋਟਾ, ਉਹਵੇਂ ਬਹਿੰਦਾ ਸਦਾਮ ਵੀ। ਉਹ ਕੋਈ ਸ਼ਾਮੀ ਅੰਦਰ ਚੱਕ ਕੇ ਕਰ ਦਿੰਦਾ, ਫਟਾ ਛੱਪ ਬਾਹਰ ਕੱਢ ਲੈਂਦਾ। ਤੇ ਉਹ ਸਬਜ਼ੀ ਵਾਲਾ ਸ਼ਾਮੀ ਅੰਦਰ ਕਾਈਆਂ ਸੁਬਾ ਕੱਢ ਲੈਂਦਾ ਵਾ। ਉਹਨੇ ਕਿਹਾ ਤੂੰ ਵੀ ਜੇ ਬਹਿਣਾ ਵਾ ਨਾ ਤੇ ਬਹਿ ਜਾ, ਜਦੋਂ ਅਸੀਂ ਤਾਂ ਸਾਨੂੰ ਜ਼ਰੂਰਤ ਹੋਈ ਅਸੀਂ ਤੈਨੂੰ ਆਖਾਂਗੇ ਭਾਈ ਕੁਛ। ਮੈਂ ਕਿਹਾ ਨਹੀਂ ਮੈਂ ਬਹਿਣਾ ਤੇ ਪੱਕਾ ਹੀ ਬਹਿਣਾ। ਉਹਨੇ ਕਿਹਾ ਨਹੀਂ ਫਿਰ ਨਹੀਂ। ਦੂਸਰੀ ਤੀਸਰੀ ਚ ਪੜਦਾ ਨਾ ਸੀ, ਮੌਲਵੀ ਸਲੀਮ ਤੋਂ ਜੁੱਤੀ ਲੈ ਕੇ ਜਾਣਾ ਸੀ। ਉਹ ਕਿਰਾਇਆ ਭਰੀ ਜਾਂਦਾ। ਹਾਂ ਹੋ ਗਿਆ ਦੋ ਦੁਕਾਨਾਂ ਦਾ। ਦੁਕਾਨਾਂ ਦਾ ਕਰਨਾ ਕੀ ਹੈ? ਉਹਨੇ ਜੁੱਤੀਆਂ ਬਹੁਤ ਪਈਆਂ। ਉਹਦੀ ਸੋਚ ਚੈੱਕ ਕਰੋ। ਉਹਨੇ ਕਿਹਾ ਕਿ ਕਿਸੇ ਦੌਰ ਨੂੰ ਮੈਂ ਕੰਮ ਸ਼ੁਰੂ ਕਰਾਂ ਨਾ ਆਣ ਕੇ ਇਹਨਾਂ ਦੋਵਾਂ ਦਾ ਹੱਥ ਹੋ ਜਾਵੇ। ਇੰਨਾ ਉਹਦਾ ਵਾਸਤਾ ਤੇ ਕਾਰੋਬਾਰ ਹੈ। ਲੇਕਿਨ ਉਹਦੇ ਤੇ ਕਿਨਾਰਾਂ ਦਾ ਸਵਾਲ ਕਿ ਉਹਦੇ ਪੁੱਤ ਜਦੋਂ ਆਏ ਨਾ ਇੱਥੇ ਦੁਕਾਨ ਤੇ, ਉਦੋਂ ਦੀ ਮੈਂ ਸੁਣਿਆ ਕਿ ਜਿਹੜਾ ਇੱਥੋਂ ਦਾ ਫਿਰ ਆਓ ਇੰਜ ਤੇ ਵੀ ਬੜਾ ਆਵਾਮ ਨੂੰ ਨਾ ਹੈਗਾ ਸੀਗਾ, ਆਵਾਮ ਨੇ ਇਹਦੇ ਖਿਲਾਫ ਵੀ ਬੜਾ ਹੋਈ ਆ। ਹਾਂ ਬੜੀ ਹੋਈ ਵਾਕਿਆ। ਕਹਿੰਦੇ ਲਾਮ ਨਾ ਕਹਿੰਦੇ ਸਾਰਿਆਂ ਨੇ ਔਰਾਂ ਪਰਾਂ ਵਾਲਿਆਂ ਨੇ ਇਹੀ ਗੱਲ ਹੈ ਹੁਣ ਕਿ ਆਹ ਦੁਕਾਨ ਬੜੀ ਸੀ। ਹਾਂ ਕਹਿੰਦਾ ਸੀ ਕਿਉਂ ਬਣਾ ਆਪਣੇ ਨੂੰ ਇਹ ਕਹਿਣਾ ਕਿ ਯਾਰ ਕੀ ਉਹਦਾ ਨਾਮ ਅੱਲਾ ਦੇ ਮਾਈਕਰੋ ਤੱਕ ਪਾ ਦੇ। ਤੂੰ ਦੁਕਾਨ ਬਣਾਈ ਆ, ਤੂੰ ਕੰਪਿਊਟਰ ਰੱਖਿਆ ਸੀ ਨਾ ਸ਼ਾਇਦ। ਮੈਂ ਨਾ ਅੱਜ ਉੱਤੇ ਰੇਟ ਲਿਖ ਕੇ ਲਾਏ ਆ ਨਾ ਬਾਹਰ, ਇਹ ਬਾਹਰ ਉੱਤੇ ਰੇਟ ਲਿਖ ਕੇ ਲਾਏ ਆ ਕਿ ਇਸ ਵਜ੍ਹਾ ਤੋਂ ਲਾਏ ਆ ਕਿ ਬਾਹਰ ਵਾਲੇ ਦੇਖਣ ਵਾਲੇ ਨਾ ਇਹ ਸੋਚਣ ਕਿ ਯਾਰ ਇਹ ਇੰਨੇ ਸਸਤੇ ਰੇਟ ਕਿਉਂ ਦਿੱਤੀ ਜਾਂਦਾ। ਮੈਂ ਰੇਟ ਉੱਤੇ ਰੇਟ ਕ੍ਰਿਟ ਕੇ ਲਾਏ ਆ, ਉਹ ਹੋਰ ਲੱਗੇ ਹੋਏ ਆ। ਚੀਜ਼ ਵੀ ਮੈਂ ਕਿਸੇ ਨੂੰ ਦੇਣਾ ਮੈਂ ਉਦੋਂ ਮੈਂ ਅਸਲ ਕੀਮਤ ਨਾਲ ਦੇਣਾ, ਕਿਉਂਕਿ ਬਾਹਰ ਵਾਲੇ ਦੇਖਣ ਨੂੰ ਪਤਾ ਲੱਗਿਆ ਕਿਉਂਕਿ ਹੱਡੀ ਵਾਲੇ ਫਿਰ ਇਸ ਹਿਸਾਬ ਨਾਲ ਦਿੰਦੇ ਆ ਨਾ, ਤੇ ਮੈਂ ਉਸ ਹਿਸਾਬ ਨਾਲ। ਉਹ ਜਿਹੜਾ ਮਦਰ ਦੀ ਦੁਕਾਨ ਨਾਲ ਆਟੋ ਸਰਵਿਸ ਵਾਲਾ ਆਇਆ ਬੈਠਾ, ਹਾਂ ਹਾਂ ਉਹ ਤੇਰਾ ਦਾ ਪਤਾ ਕਰ ਨਵਾਂ ਆਇਆ ਤੇ ਉਹਦਾ ਨਾਮ ਕੀ ਆ? ਉਮਰ। ਉਹ ਨਵਾਂ ਆਇਆ ਤੇ ਆਣ ਕੇ ਇਹਨਾਂ ਤੋਂ ਚੀਜ਼ ਮੰਗੀ, ਮੁੰਡੇ ਨੂੰ ਘੱਲਿਆ ਇਹਨਾਂ ਤੋਂ। ਤੇ ਇੱਕ ਦਿਨ ਆਪ ਆਇਆ ਟਾਇਰ ਲੈਣ, ਤੇ ਇਹਨੂੰ ਟਾਇਰ ਨਾ ਮੁੰਡੇ ਨੂੰ ਘੱਲਿਆ ਤੇ ਟਾਇਰ ਨਾ ਦਿੱਤਾ ਇਹਨੇ ਕਿ ਸਾਡੇ ਕੋਲੇ ਹੈ ਨਹੀਂ। ਸਾਹਮਣੇ ਇੰਜ ਟੇਬਲ ਦੇ ਉੱਤੇ ਟਾਇਰ ਪਏ ਨਵੇਂ ਲਿਆ ਕੇ ਕੈਡੀ ਡੱਬੇ ਚੋਂ ਕੱਢ ਕੇ ਰੱਖੀ ਆ ਕਿ ਸਾਡੇ ਕੋਲੇ ਹੈ ਹੀ ਯਾਸ। ਫਿਰ ਆਇਆ ਉਮਰ ਨੇ ਆ ਕੇ ਕਿਹਾ ਯਾਰ ਟਾਇਰ ਦੇ ਕਹਿੰਦਾ ਨਹੀਂ ਆ ਗਏ। ਉਹ ਚਲਾ ਅੱਗੋਂ ਸ਼ਬਾਜ਼ ਤੋਂ ਲੈ ਕੇ ਗਿਆ ਉਹ ਟਾਇਰ ਇਹਦੇ ਤੇ ਇਹਨੇ ਦੇ ਦਿੱਤਾ। ਫਿਰ ਸ਼ਬਾਜ਼ ਬੰਦਾ ਚੰਗਾ, ਇਹਨੇ ਦੇ ਦਿੱਤਾ
ਜਾ ਕੇ ਕੁਛ ਦਿਨ ਗੁਜ਼ਰੇ ਤੇ ਉਹਦਾ ਮੁੰਡਾ, ਇਹਨਾਂ ਦਾ ਮੁੰਡਾ ਉਹਦੇ ਦੁਕਾਨ ਤੇ ਚਲਾ ਗਿਆ। ਕਿਹਨਾਂ ਇਹਨਾਂ ਦਾ ਕਾਰੀਗਰ ਸ਼ੇਰ ਦਾ ਸਮਾਨ ਇਹਨਾਂ ਨੂੰ ਲੈਣ ਭਲਾਇਆ ਤੇ ਚੈੱਕ ਕਰੇ ਕਿ ਦਿੰਦਾ ਵੀ ਹੈ ਕਿ ਨਹੀਂ। ਅਸੀਂ ਉਦੋਂ ਗਿਆ, ਉਹ ਗਿਆ ਤੇ ਉਹਦੀ ਸ਼ੀਸ਼ੇ ਜਿਹੜੀ ਹੈਗੀ ਸੀ, ਉਹਨੇ ਕਿਹਾ ਭਾਈ ਆ ਪਈ ਮੇਰੇ ਕੋਲੇ ਦੂਸਰੀ ਜਿਹੜੀ ਤੇਰੇ ਮੁਤਾਬਕ ਉਹ ਜਾ ਕੇ ਲੈ ਲਾ, ਜਿਹੜੀ ਨਹੀਂ ਹੈਗੀ ਜਮਾਦਰ ਉਹ ਲੈ ਕੇ ਚਲਾ। ਫਿਰ ਕੋਈ 4-5 ਦਿਨਾਂ ਬਾਅਦ ਆਇਆ, ਫਿਰ ਉਹ ਇੰਨੇ ਕਿੰਨਾ ਦਿੰਦਾ ਏਦਾਂ। ਉਹ ਦੱਸਦਾ ਕਹਿੰਦਾ ਮੈਂ ਉੱਥੋਂ 6 ਫਾਈਲੋਂ ਦੁਕਾਨ ਇਸੇ ਵਜ੍ਹਾ ਤੋਂ ਛੱਡ ਕੇ ਆਇਆ। ਜਿਹੜਾ ਬੰਦਾ ਚੀਜ਼ ਲੈ ਜਾਂਦਾ ਸੀ ਨਾ ਬਾਅਦ ਵਿੱਚ ਵਾਪਸ ਨਹੀਂ, ਉਹਨੇ ਕਿਹਾ 3 ਲੱਖ ਦਾ ਕਮਾਈ ਹੋ ਗਿਆ ਨਾ। ਦੂਸਰੀ ਵੱਡੀ ਵਜ੍ਹਾ ਇਹ ਹਨ ਕਿ ਜੀ ਜਿਹੜਾ ਕਾਰੀਗਰ ਆ ਗਿਆ ਜੀ ਫਲਾਨੀ ਚੀਜ਼ ਨੂੰ ਵਾਲਾ ਜੀ ਆ ਰਹੀ ਹੈ ਚੱਕਰਾਂ ਜਿਹੜਾ ਸਹੀ ਕਹਿੰਦਾ ਉਹਨੇ ਅਸੀਂ ਦਿਹਾੜੀ ਦੇ ਕਮਾਨੇ ਨਹੀਂ ਸੀ ਜਿੰਨਾ ਸਾਹ ਖਰਚਾ ਕਰਕੇ ਘਰ ਬੜਾ ਕਮਾਉਂਦਾ ਸੀ। ਮੈਂ ਸੋਚਦਾ ਸਾਹ ਨੇ ਕਮਾਣਾ ਤੇ ਸਾਹ ਦੀ ਦੁਕਾਨ ਗਈ ਉਹ ਵੀ ਗੱਲ ਇਹਦੇ ਰਲ ਕੇ ਕਰਦੇ ਆ ਨਾ। ਨਹੀਂ ਉਹ ਸ਼ੇਰ ਤੇ ਕਿੰਨਾ ਕਿਹੜਾ ਸੈਦੂ ਤੇ ਉਹ ਕਹਿੰਦਾ ਕਿ ਅਸੀਂ ਉੱਥੇ 6 ਫਾਈਲ 3 ਦੁਕਾਨਾਂ ਬਦਲੀਆਂ ਇੱਕ ਮਾਰ ਕੇ ਸ਼ੇਖਾ ਕਿਹੜੀ ਜਗ੍ਹਾ ਤੇ ਬੈਠੇ ਸੀਗੇ? ਆਹ ਅਗਲੇ ਮੋੜ ਤੇ ਹਾਂ ਜਿਹੜਾ ਅਸੀਂ ਜਾਂਦਾ ਗਾ ਸ਼ਾਇਦ ਨੁੱਕਰ ਤੇ ਹੀ, ਉਹਦਾ ਨੁੱਕਰ ਤੇ ਹੀ ਆਏ ਦੁਕਾਨਾਂ ਇੱਕ ਉਹ ਅੱਗੇ ਜਾ ਕੇ ਆਉਂਦੀਆਂ। ਇਹਨਾਂ ਦੀ ਨੁੱਕਰ ਤੇ ਹੀ ਸੀ 3-4 ਦੁਕਾਨਾਂ ਛੱਡ ਕੇ ਨਾ ਚੱਲਦੇ ਸੀ। ਉੱਥੇ ਨਾਲ ਉੱਥੇ ਪ੍ਰੈਸ ਵਾਲਾ ਬੈਠਾ, ਧੋਬੀ ਨਹੀਂ ਬੈਠਾ ਤੇ ਕੁਲਫੇ ਵਾਲਾ ਬੈਠਾ। ਆ ਜਿਹੜਾ ਕੁਲਫੇ ਵਾਲਾ ਬੈਠਾ ਆਪਣੇ ਅੱਡੇ ਤੇ, ਹਾਂ ਇਹਨਾਂ ਦਾ ਰਿਸ਼ਤੇਦਾਰ ਹੀ ਹੈ ਉੱਥੇ ਬੈਠਾ। ਯਾਰ ਨੁੱਕਰ ਤੇ ਕਿਹੜਾ ਕੁਲਫੇ ਵਾਲਾ ਬੈਠਾ? ਯਾਰ ਜਦੋਂ ਇੰਜ ਜਾਈਏ ਇੱਕ ਤੇ 6 ਫਾਈਲ ਨੂੰ ਨਿਕਲ ਜਾਂਦੀ ਹੈ, ਸੜਕ ਇੱਕ ਨਿਕਲ ਜਾਂਦੀ ਗੱਗੋ ਨੂੰ ਜਦੋਂ ਮੋੜਦੇ ਆ ਨਾ ਤੇ ਜਿਹੜਾ ਫੱਟਾ ਗੋਸ਼ਤ ਆ ਪਹਿਲਾਂ ਆਂਦਾ ਐਸਾ ਪਹਿਲੇ ਫੱਟੇ ਤੋਂ ਦੂਜਾ ਪਿੱਛੇ ਕਰਕੇ ਐਸਾ। ਉਹ ਮਾਰਕੀਟ ਸਾਰੀ ਜਿਹੜੀ ਹੈ ਨਾ ਉਹਨਾਂ ਦੀ ਵਰਕਸ਼ਾਪ ਦੀ ਅੱਗੇ ਬੈਠੇ ਕੰਪਿਊਟਰ ਵਾਲੇ ਸਾਰੇ। ਜਿੱਥੇ ਮਸ਼ੀਨ ਲੱਗੀ ਹੈ ਤੇਲ ਵਾਲੀ ਸਾਹਮਣੇ ਆ ਉਹਦਾ ਡਾਕਟਰ ਬੈਠਾ ਨਾਲ, ਡਾਕਟਰ ਤਾਂ ਮਸ਼ੀਨ ਦੇ ਨਾਲ ਬੈਠਾ ਵਾ। ਹਾਂ ਤੇ ਉਹਦੇ ਸਾਹਮਣੇ ਕਿੰਨਾ ਲੈਂਦਾ ਹੈ ਐਮ4 ਦੇ ਪਾਸੇ। ਉਹਦੇ ਸਾਹਮਣੇ ਤਾਂ ਅੰਦਰ ਮੇਰਾ ਮੁੰਡਾ ਕਲਾਸ ਫੈਲੋ ਦਰਜੀ ਉਹਦੀ ਦੁਕਾਨ। ਹਾਂ ਦਰਜੀ ਦੀ ਦੁਕਾਨ ਦੇ ਨਾਲ ਹੀ ਹੈ ਤੇ ਦਰਜੀ ਮੇਰਾ ਕਲਾਸ ਫੈਲੋ ਨਾਲ ਦੂਜਾ ਦੁਕਾਨ ਮੋਟਰਸਾਈਕਲਾਂ ਦੇ ਵਿੱਚ ਪ੍ਰੈਸ ਵਾਲੇ ਦੀ ਟੈਂਡ ਤੇ ਇਹਨਾਂ ਦੀ। ਹੁਣ ਉਹ ਕੁਲਫੇ ਆਇਆ ਬੜਿਆ ਦੁਕਾਨ ਕੰਦਾ ਵਾ ਦੇਰ ਹੋ ਗਈ ਚੇਪਾ ਦੇ ਨੂੰ। ਐਸੇ ਦੇ ਆ ਗਏ ਮੋਤੀਆ ਸ਼ੇਫਲ ਗਏ ਗੋਸ਼ਤ ਲੈਣ ਗਏ ਗੋਸ਼ਤ ਲੈਣ ਗਏ ਗੋਸ਼ਤ ਨੇ ਬੁੜੇ ਦਾ ਅਜੇ ਖਤਮ ਆ। ਭਾਈ ਉੱਥੇ 94 ਵਾਲਿਆਂ ਦੀ ਹੁਕੂਮਤ ਤੇ ਇਹ ਭਾਈ ਉਹਨਾਂ ਨੇ ਕੱਲਾ ਕਾਲ ਕਰਨੀ ਹੈ। ਉਹਨੇ ਕਿਹਾ ਸੀ ਕਿ ਗਰਦਨਾਂ ਪਾਣੀਆਂ ਕਿ ਨਹੀਂ, ਇਹਨਾਂ ਨੇ ਕਿਹਾ ਨਹੀਂ ਪਾਣੀ ਗਰਦਨ। ਇਹਦੇ ਮਾਮੇ ਨੇ ਮੋਤੀ ਦੇ ਸਾਲੇ ਤੂੰ ਯਕੀਨ ਨਹੀਂ ਕਰਨਾ ਪੂਰੇ ਗੋਸ਼ਤ ਦੇ ਵਿੱਚ ਇੱਕ ਵੀ ਨਜ਼ਰ ਨਹੀਂ ਆਏਗਾ। ਲੈਗ ਪੀਸ ਤੇ ਸੀਨੇ ਦਾ ਗੋਸ਼ਤ ਸਾਰਾ ਆਟੂ ਆ ਉਹ ਬੈਠਾ ਵਾਲੇ ਕਰਨ ਵਾਲੇ ਜਿਹੜਾ ਸਫਾਈ ਦੇ ਕਰਨੀ ਆ ਕੰਮ ਪਾ ਰਿਹਾ। ਹਾਲਾਂਕਿ ਗੱਲ ਦਾ ਆ ਸਾਰੇ ਗੋਸ਼ਤ ਮਾੜਾ ਤੇ ਨਹੀਂ ਬਣਾਉਂਦੇ। ਇੱਥੇ ਬੈਠੇ ਕੋਣ ਇੱਕ ਅਲਤਾਫ ਬਾਅਦ ਦੁਖੀ ਰਹਿੰਦੇ ਬਸ, ਹੋਰ ਕੌਣ? ਅਲਤਾਫ ਮਰਦੀ ਵਾਲੀ ਦੁਕਾਨ ਖੋਲਦਾ ਤਾਂ 12 ਸਪਲਾਈ ਫ੍ਰੀ ਦਵਾ ਰਹੀ। ਅੱਛਾ ਉਹ ਕਮਿਸ਼ਨ ਉਚਾ ਕਮਿਸ਼ਨ ਉਹ ਦੁਕਾਨ ਘੱਟ ਹੀ ਖੋਲ ਪਹਿਲਾਂ ਸਭ ਤੋਂ ਜ਼ਿਆਦਾ ਬੇਲਾ ਹੀ ਬੈਠਾ ਹੁੰਦਾ ਜਦੋਂ ਉਹ ਪਹਿਲਾਂ ਆਂਦੀ ਸੀ ਉਹ ਇੱਕ ਠੀਆ ਬਣਾਇਆ ਉਹਨੇ ਲੇਕਿਨ ਨਹੀਂ। ਹਾਂ ਅਲਤਾਫ ਦਾ ਕੰਮ ਪਹਿਲਾਂ ਨਾਮ ਸੀ ਅਲਤਾਫ ਦਾ, ਹੁਣ ਖੜਾ ਨਹੀਂ ਹੈਗਾ, ਪਹਿਲਾਂ ਅਲਤਾਫ ਦਾ ਨਾਮ ਸੀ। ਵੀ ਦੱਸਦੇ ਨੇ ਘੋਗਾ ਦੋ ਘੋਗੇ ਨੇ ਆਦੇ ਕੁੜੀਆਂ ਵਾਲਾ ਘੋਗਾ। ਹਾਂ ਫੁੰਮੀ ਨੇ ਘੋਗਾ ਕੁੜੀਆਂ ਵਾਲਾ ਇਹ ਗੁਜਰਾਤ ਪਿਓ ਪੁੱਤਾਂ ਨੇ ਕੋ ਜਿਹਾ ਸੇਮ ਟੂ ਸੇਮ। ਪਹਿਲਾਂ ਨਹੀਂ ਤੇ ਮੈਨੂੰ ਪਤਾ ਹੋਣਾ ਲੱਗਦਾ ਮੈਂ ਤਾਂ ਪੁੱਛ ਗਈ ਨਾ ਦੂਸਰਾ ਦਾਨਸ਼ੀ ਉਹ ਤਾਂ ਵੇਖਿਆ ਦਾਨਸ਼ੀ ਸਕੂਲੋਂ ਪੜ੍ਹ ਕੇ ਸਾਡੇ ਨਾਲ ਆਣ ਕੇ ਨੇ ਅੱਡੇ ਤੇ ਆਣਾ ਤੇ ਇੱਥੇ ਗੋਸ਼ਤ ਵੇਚਣਾ ਹੁੰਦਾ। ਇੱਥੇ ਨਾ ਉਹ ਮੌਲਵੀ ਜਿਹਾ ਹੁੰਦਾ ਸੀ, ਇਹਨੇ ਕੋਲੇ ਰੋਲ ਆਉਂਦਾ ਹੁੰਦਾ ਸੀਗਾ ਅਲਤਾਫ ਕੋਲੇ। ਮੁੜ ਕੇ ਉਹਨੇ ਉਸੇ ਪਕੌੜੇ ਵੀ ਲਾਈ ਰੱਖੇ, ਸਬਜ਼ੀ ਵੇਚਦਾ। ਅੱਛਾ ਉਹ ਸ਼ੇਖਵਾਲ ਵੀ ਗਿਆ ਰਿਹਾ ਉਹ ਵੀ। ਹਾਂ ਲੋਕ ਸਿੰਤਾ ਵਾਲੇ ਲਾਈ ਇਹ ਅਲੀ ਸ਼ੇਖਵਾਲ ਕਿੰਨੀ ਦੇਰ ਲਾ ਕੇ ਆਇਆ? ਉਹ ਥੋੜੇ ਵੀ ਲਾ ਕੇ ਆ ਥੋੜੇ। ਹਾਂ ਇਹ ਵੀ ਉਹਦੇ ਸ਼ੇਖਵਾਲ ਕਹਿੰਦਾ ਸੀ ਸਮਾਨ ਨਹੀਂ ਪੂਰਾ ਹੁੰਦਾ, ਲੇਕਿਨ ਉੱਥੇ ਸਭ ਤੋਂ ਵੱਡੀ ਉੱਥੇ ਚੀਜ਼ ਚੰਗੀ ਵੇਚਦੀ, ਚੰਗੀ ਚੀਜ਼ ਅਗਲੇ ਖਾਂਦੇ ਹੋ ਸਾਹਬ ਦੇ ਨਾਲ।